क्योंकि प्रधान माड़ा मोटा प्रोटोकॉल सिर्फ दो चीज़ों मैं कहना चाहना। तुसीं एक एग्जाम्पल दी, मैनू क्षमा करना, बड़े साडे सीनियर नेता आगू सब पार्टियां दे लोग आए ने। सांपला जी हले बीजेपी की गल रखणगे, लेकिन मैं भी इस विषय के उत्ते एक छोटी जी गल तुहाडे दो पॉइंटां तो कहना चाहता। तुसीं क्या किसान आज़ाद सी, मेरा कीनू 40 साल पहला तो कलकत्ते विकदा सी। क्या अंबरसर का किसान दिल्ली जाके कणक ते झोना बेच सकदा? ਉਹਦੀ ਜ਼ਰੂਰਤ नहीं साहब। तो जरूरत मैं तो वही आजादी की गल है। एक मिनट सूद साहब देखो क्या कीनू की गल कीती, कीनू की गल कीती। मैं तुहाडे तो कणक झोना जिहड़ियां मेन फसलां ने साडीਆਂ, चलो दिल्ली छड्डो, एक मिनट मोगे का किसान जाके क्या फरीदकोट मंडी च बेच सकता है? नहीं बेच सकता। कौन रोकदा साहब? कौन रोकदा साहब? रोक है जी। एक मिनट साहब, एक मिनट दूसरी गुप्ता साहब नहीं, एक मिनट साहब नहीं करना चाहते। गुप्ता साहब बैठे हैं, मेरा जवाब दे दें सर। एक प्रश्न हो रहा है, एक मिनट जी, एक प्रश्न हो रहा है सर। सूसा एक क्या किसान नहीं सांपला जी ਤੁਸੀਂ ਐਵੇਂ ਨਹੀਂ ਅਸੀਂ ਚਲਿਏ ਜਾਖੜ ਸਾਹਿਬ ਮੁੰਬਈ ਜਾ ਕੇ ਕਿਸਾਨ ਨੂੰ ਜ਼ਮੀਨ ਵੇਚਣੀ ਪਈ, ਇਸੇ ਕਰਕੇ ਐਸਡੀਐਮ ਦੀ ਪ੍ਰੋਵੀਜ਼ਨ ਰੱਖੀ ਹੈ ਕਿ 10 ਸਾਲ ਲੱਗਦੇ ਕੋਟਾਂ ਦੇ। ਅੱਜ ਤਾਂ ਪ੍ਰੋਬਲਮ ਹੈ ਜੀ, ਤੁਸੀਂ ਉਹਨੂੰ ਘੋਖਦੇ ਨਹੀਂ ਗੱਲ ਨੂੰ ਸਰ। ਅੱਜ ਵੀ ਮੈਨੂੰ ਸੌਰੀ ਟੂ ਸੇ ਅੱਜ ਇੱਥੇ ਇਹੋ ਜਿਹੀਆਂ ਗੱਲਾਂ ਕਹੀਆਂ ਗਈਆਂ ਕਿ ਪੰਜਾਬ ਬਰਬਾਦ ਹੋ ਜਾਏਗਾ, ਇਹ ਹੋ ਜਾਏਗਾ, ਆਪਣੇ ਹੋ ਜਾਏਗਾ, ਪਰ ਲੇਕਿਨ ਮੁੱਦਿਆਂ ਦੇ ਉੱਤੇ ਗੱਲ ਨਹੀਂ ਕੀਤੀ ਗਈ। ਮੁੱਦਿਆਂ ਤੇ ਨਹੀਂ ਗੱਲ ਕੀਤੀ। ਚਲਿਏ ਆਪਣੇ ਜਾਖੜ ਸਾਹਿਬ, ਮੈਂ ਸਾਰਿਆਂ ਤੋਂ क्षमा ਮੰਗਦਾ। ਸਾਡੇ ਅਰੁਣ ਸੂਦ ਜੀ ਚੰਡੀਗੜ੍ਹ ਭਾਰਤੀ ਜਨਤਾ ਪਾਰਟੀ ਦੇ ਭਾਜਪਾ ਦੇ ਪ੍ਰਧਾਨ ਨੇ। ਮੈਂ ਉਹਨਾਂ ਦੀ ਇਸ ਡਿਬੇਟ ਦੇ ਵਿੱਚ ਥੋੜ੍ਹਾ ਜਿਹਾ ਵਿੱਚ ਆਪਣੀ ਮध्यस्थता ਕਰਦਾ ਹੋਇਆ, ਅਸੀਂ ਕਿਉਂਕਿ ਆਪੋ ਆਪਣੇ ਵਿਚਾਰ ਰੱਖਣੇ ਆ, ਔਰ ਵਿਚਾਰ ਜਿਨ੍ਹਾਂ ਨੇ ਰੱਖੇ ਉਹਨਾਂ ਦੀ ਵੀ ਆਪਣਾ ਪੱਖ ਹੋ ਸਕਦਾ ਹੈ, ਪਰ ਸਾਡਾ ਵੀ ਆਪਣਾ ਪੱਖ ਹੋ ਸਕਦਾ। ਸੋ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ 'ਚ ਬਹੁਤ ਹੀ ਸਤਿਕਾਰਯੋਗ ਗਿਆਨ ਚੰਦ ਗੁਪਤਾ ਜੀ, ਸਾਡੇ ਹਰਿਆਣਾ ਦੇ ਜਿਹੜੇ ਸਪੀਕਰ ਸਾਹਿਬ, ਪ੍ਰਵੀਨ ਜੀ ਜਿਨ੍ਹਾਂ ਦੀ ਰਹਿਨਮਾਈ 'ਚ ਅੱਜ ਆਏ, ਸਾਡੇ ਬਹੁਤ ਹੀ ਸਤਿਕਾਰ ਜੀ ਸੁਨੀਲ ਕੁਮਾਰ ਜਾਖੜ ਜੀ, ਸਾਡੇ ਬਜ਼ੁਰਗ ਢੀਂਡਸਾ ਸਾਹਿਬ, ਸੁਖਦੇਵ ਸਿੰਘ ਢੀਂਡਸਾ ਜੀ, ਅਕਾਲੀ ਦਲ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ, ਚੀਮਾ ਸਾਹਿਬ ਆਮ ਆਦਮੀ ਪਾਰਟੀ ਤੋਂ, ਸਾਡੇ 'ਚ ਧਾਰਮਿਕ ਸ਼ਖਸੀਅਤਾਂ ਵੀ ਬੈਠੀਆਂ, ਦਾਦੂਵਾਲ ਸਾਹਿਬ, ਔਰ ਬਹੁਤ ਸਾਰੇ ਸਤਿਕਾਰਿਤ ਸਾਰੇ ਇਸ ਵਿਸ਼ੇ ਨੂੰ ਧਿਆਨ ਨਾਲ ਸੁਣ ਰਹੇ, ਕਿਉਂਕਿ ਮੈਂ ਦੇਖ ਰਿਹਾ ਸੀ ਬੜੇ ਸਾਰੇ ਹੀ ਧਿਆਨ ਨਾਲ ਸੁਣ ਰਹੇ ਸੀ। ਔਰ ਨੈਚੁਰਲੀ ਹੈ ਕਿ ਸਾਰਿਆਂ ਦਾ ਗੰਭੀਰ ਵਿਸ਼ਾ ਸੀ। ਪਹਿਲਾਂ ਤਾਂ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਵੀਨ ਜੀ ਔਰ ਬਲਵਿੰਦਰ ਚੰਦ ਜੀ ਜੰਮੂ ਜੀ ਨੂੰ ਵਧਾਈ ਦਿਆਂਗਾ ਕਿ ਵੀ ਉਹਨਾਂ ਨੇ ਲੈਫਟ ਰਾਈਟ ਨੂੰ ਇਕੱਠਿਆਂ ਕੀਤਾ ਔਰ ਉਹਨਾਂ ਦੀ ਅੱਜ ਲਾਂਚਿੰਗ ਕੀਤੀ ਹੈ, ਉਹਦੇ ਲਈ ਵਧਾਈ ਦੇ ਪਾਤਰ ਨੇ। ਵੈਸੇ ਮੈਨੂੰ ਸੱਦਿਆ ਤੇ ਇਸ ਕਰਕੇ ਸੀ ਵੀ ਲਾਂਚਿੰਗ ਪਾਰਟੀ ਹੈ ਤੇ ਤੁਸੀਂ ਆਣਾ ਤੇ ਖਾ ਪੀ ਕੇ ਚਲੇ ਜਾਣਾ। ਅੱਛਾ, ਮੈਨੂੰ ਇਹਨਾਂ ਨੇ ਮੈਨੂੰ ਸੱਦਿਆ ਤੇ ਇਸੇ ਆਉਂਦੇ ਮੈਂ ਕਿਹਾ ਕਿ ਦੇਖੋ, ਮੈਂ ਕਹਿ ਕੇ ਆਇਆ ਸੀ ਮੈਂ 6:30 ਵਜੇ ਆਣਾ, ਕਿਉਂਕਿ ਮੈਂ ਜਾਣਾ ਵੀ ਦੂਰ ਔਰ ਸਵੇਰੇ ਫਿਰ ਕਿਤੇ ਸਵੇਰੇ ਤੜਕੇ ਉੱਠ ਕੇ ਜਾਣਾ ਹੁੰਦਾ ਤੇ ਔਰ ਆਵਾਂਗਾ ਤਾਂ 7 ਸਵਾ 7 ਵਜੇ ਚੱਲ ਜਾਵਾਂਗਾ। ਕਹਿੰਦੇ ਠੀਕ ਹੈ ਠੀਕ ਹੈ। ਤੇ 7 ਵਜੇ ਇਹਨਾਂ ਨੇ ਬਿਠਾ ਦਿੱਤਾ, ਕਹਿੰਦੇ ਕਿ ਹੁਣ ਤੁਸੀਂ ਕਟਾਰੇ 'ਚ ਖੜੇ ਆ ਤੇ ਇਹਨਾਂ ਦੇ ਜਵਾਬ ਵੀ ਦੇਣੇ ਆ। ਪਰ ਮੈਂ ਇਹਨਾਂ ਨੂੰ ਆਪਣੀ ਚਿੰਤਾ ਇਸ ਕਰਕੇ ਵਿਅਕਤ ਕਰਦਾ ਵੀ ਹਨੇਰਾ ਹੋਇਆ, ਰਾਹ ਦੇ ਵਿੱਚ ਬਹੁਤ ਬੈਠੇ ਅੱਜ ਕੱਲ੍ਹ ਸਾਨੂੰ ਹੀ ਟਾਰਗੇਟ ਕਰਦੇ, ਕਰਾਉਣ ਵਾਲੇ ਵੀ ਤੁਸੀਂ ਆ, ਇਸ ਕਰਕੇ ਕਰਾਉਣ ਵਾਲੇ ਵੀ ਠੀਕ ਹੈ। ਇਸ ਕਰਕੇ ਸਾਨੂੰ ਹੋਰ ਤਾਂ ਕੋਈ ਸਰਕਾਰ ਨੇ ਸਿਕਿਉਰਿਟੀ ਕੋਈ ਦੇਣੀ ਨਹੀਂ, ਆ ਘੱਟੋ ਘੱਟ ਆਪਣੇ ਆਪ 'ਚ ਬਚਾਓ ਤਾਂ ਕਰ ਲਈਏ। ਚਲਿਏ ਚਲਿਏ ਦੇਖ, ਸੋ ਮੈਂ ਆਪਣੀ ਵੇਦਨਾ ਵਿਅਕਤ ਕੀਤੀ ਸੀ। ਸੋ ਫਿਰ ਵੀ ਕਿਉਂਕਿ ਬਲਵਿੰਦਰ ਜੰਮੂ ਜੀ ਅੱਗੇ ਸਾਡਾ ਜ਼ੋਰ ਨਹੀਂ ਚੱਲ ਸਕਦਾ, ਕਿਉਂਕਿ ਪੁਰਾਣਾ ਰਿਲੇਸ਼ਨ ਆ। ਔਰ ਇੱਥੋਂ ਗੱਲ ਆ ਰਹੀ ਸੀ ਕਿ ਬਾਰ-ਬਾਰ ਲੈਫਟ ਰਾਈਟ ਦੀ ਗੱਲ ਕਰ ਰਿਹਾ ਸੀ। ਮੈਂ ਕਿਹਾ ਖੈਰ ਇੱਥੇ ਇਹ ਵੀ ਗੱਲ ਆਈ ਵੀ ਲੈਫਟ ਤੋਂ ਹੁਣ ਕਿੱਦਾਂ ਰਾਈਟ ਵੱਲ ਨੂੰ ਆ ਗਏ। ਭਾਵ ਉਹਨਾਂ ਦੀ ਭਾਵਨਾ ਨੂੰ ਮੈਂ ਵੀ ਸਮਝ ਗਿਆ। ਪਰ ਇੱਕ ਇਹ ਵੀ ਚੀਜ਼ ਹੈ ਕਿ ਲੈਫਟ ਰਾਈਟ ਨਿਊਜ਼ ਹੈ, ਔਰ ਨਿਊਜ਼ ਦੀਆਂ ਲੈਫਟ ਤੇ ਰਾਈਟ ਦੋ ਬਾਹਾਂ ਹੁੰਦੀਆਂ ਤੇ ਬਾਹਾਂ ਦਾ ਮਤਲਬ ਤਾਕਤ ਹੁੰਦਾ ਹੈ। ਸੋ ਅੱਜ ਨਿਊਜ਼ ਦੀ ਤਾਕਤ ਇਹ ਬਣੇ ਚੈਨਲ, ਐਸੀਆਂ ਸਾਡੀਆਂ ਸ਼ੁਭਕਾਮਨਾਵਾਂ। ਔਰ ਜਦੋਂ ਤਾਕਤ ਮਜ਼ਬੂਤ ਹੋਵੇ
तो शरीर स्वस्थ होवे तो फिर दिमाग सही काम करता, इस करके लैफ्ट राइट जोड़ा काम भी सही करे। क्योंकि कई बार आप बलविंदर जी कि चैनलों बारे मेरे तो पहला सारे ने शंकावां दिखातियां, कई बार असी लैफ्ट राइट में होंदे होए कई अपनियां रिश्तेदारियां या अपनी यारियां दोस्तियां भी निभाने हैं, पर नाल नाल असी अपना कर्तव्य जोड़ा न्यूज़ का जिन्होंने आप कहने कि चौथा पिलर है, वो हक ते सच की आवाज़ आ, पंजाबीयत की गल करते हैं, वो डायलिंगां च ना रहे, उन्होंने मजबूती ना वो पहरा दोगे, ऐसी सानू पूरी आशा। और इस आश नाल मैं तुहानू सारिਆਂ ਨੂੰ पहला तो बधाई देना। सो अज बलविंदर जी ने यारी दोस्ती के विच गल नूं वो कहंदे हुंदे जट पलाई लसी ते पैरां नूं गिट्टियां नूं पाई रसी। और जट पर चल गल नूं पा लो, तुसीं पटा पा लो या पैरां नूं पा लो, मतलब तो उन्ना की है बई इन्होंने प्यार प्यार जे नाल सानूं चाह पानी ते सद के तो फसाया, तैनूं कहंदे खटारे च खड़ा हो जाओ। पर फिर भी बहुत सारे विचार किसानी नूं लैके आए। अज दा विषय भी किसानी सी। चीमा साहब ने विच एससी फैक्टर नूं भी छेड़िया। अज मैं पहला तो इत्थों ही शुरू करांगा कि जिथों साडे किसी साथी ने एक शंका भी व्यक्त की तो रंधावा जी ने गल की और जिहदी क्लैरिफिकेशन देने की कोशिश की अपने जाखड़ साहब ने। मैं ये जरूर कहांगा ये जिहड़ियां शंकावां जाखड़ साहब ने व्यक्त कीतियां ये सारियां वो शंकावां आ जिहड़ियां इस एक्ट तो आउण तो पहलां दीयां सीगियां। जिहड़ी तुहाडी आज़ादी सी या गुजरात की किसी की मिसाल दे रहा किसी की नहीं, ये उस जगह दियां जिहड़ियां इस एक्ट तो इस एक्ट दे विच पहलां इहनूं समझण दी भी गल है, क्योंकि मैनूं उहदे ते ज़्यादा मैं बोलना नहीं सी, पर मैनूं हुण सफाई देनी पई। इस एक्ट दे विच पहली गल जिहड़ी इन्होंने शंका लिखाई कि उहदी जमीन लिखा लांगे, इहदे च पहला ही इस क्लॉज है कि कदे भी एग्रीमेंट होंदे होए उहदी फसल दा होएगा कंट्रैक्ट होएगा, उहदे च किते भी जमीन नूं कंट्रैक्ट दे विच उहदे च नहीं आएगी और उहदे ते किसी भी हालत दे विच कंट्रैक्टर उस जमीन के उत्ते काबज नहीं हो सकता, भावें घाटा पवे ते भावें वाधा पवे, किसी भी हालत दे विच इस दे उत्ते कंट्रैक्टर जिहड़ा जमीन के उत्ते काबज ही नहीं हो सकता। ये उहदी शर्तां दी क्लॉज होएगी जदों एग्रीमेंट लिखा जाए। हुण दूसरा जिहड़ा सी इहदे च फायदा की है, अज जिहड़ी घाटे की गल कीती वाधे की गल कीती, अज जो ठेका कंट्रैक्ट होएगा, पंजाबी च मैं कह रहा ठेका ही होएगा, कंट्रैक्टर को ठेका ही कहने असीं, जो उन्होंने आपस में ठेका होएगा पटा लिखा जाएगा, उहदे च ये जरूर लिखा जाएगा कि यह आलू मान लो या टमाटर कोई एक फसल की लै लीए कि टमाटर अज असीं बीजना है, असीं कैचअप बनाने वालियां ना बीजना, जिन्हां दी एग्जाम्पल दी असीं किसी भी कंपनी की गल कर, क्योंकि इत्थे किसी कंपनी की ऐड नहीं करनी, इस करके किसी का नाम नहीं लैना। वो टमाटर बीजना चाहता है, पर वो लिखा जाएगा कि जदों ये फसल का टमाटर वो उग के मंडी च जाण वाला हो जाएगा, ले जाया जाएगा, तो यदा रेट की होएगा वो ठेकेदार उस वेले किसान दे नाल तय करेगा। भाव वो 10 रुपए कर लेंदा कि टमाटर मैं 10 रुपए किलो देंगा, वो जिन्नी फसल जाएगी वो 10 रुपए दे करना होएगा। और इस ठेके दी शर्तां दे विच ये भी है कि मार्केट दे विच जे टमाटर 12 रुपए हो जाएगा तो ठेकेदार किसान नूं 12 रुपए देगा, पर इन केस जे ठेके दे विच वो 9 रुपये आ जाता है मार्केट का वैल्यू, तो ठेकेदार उन्होंने 10 रुपये ही देगा। ये उस कंट्रैक्ट च है, ये दसो किसान के फायदे च कि नुकसान च है। और ये भी है कि ठेकेदार जिहड़ा भी कंट्रैक्टर होएगा, अगर उत्थे फसल बीजदा उहदी कोई प्रोसैसिंग लई या किसी भी सिस्टम लई उत्थे कोई स्ट्रक्चर बनाउंदा है, तो उस स्ट्रक्चर के उत्ते जो कुछ भी खर्चा आउंदा है वो बैठ के किसान ना कर सकता कि मैं हुण मेरा तेरा कंट्रैक्ट खत्म हो गया, ए मेरा खर्चा आ ये तू दे दे। पर जे वो किसान कहता कि मेरे को हिम्मत है नहीं, तो कंट्रैक्टर या तो वो अपना पट के अपना सच समान जो भी है ले जा सकता है। अगर वो कहता कि मैनू पट्टन दे नाल दुगना खर्चा आता है, तो उहदे लई किसान ने उन्होंने कुछ नहीं देना, वो स्ट्रक्चर भी किसान की मालकीयत होएगी, उहदे च भी किसी भी जगह ते कंट्रैक्टर का कोई दावा नहीं होएगा। हुण ये दस दो मैनू किसान दे कित्थे नुकसान च, किते नुकसान च नहीं है।
और इस कंट्रैक्टर ਨੂੰ ਸਿੱਧੀ ਜਿਹੜੀ ਮੇਰੀ ਅੱਗੇ ਕਈ ਵਾਰੀ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਸਾਰੇ ਕੰਟਰੈਕਟ ਨੂੰ ਸਮਝਣ ਦੀ कोशिश ना तक की जा रही है और सारिਆਂ ਨੂੰ पता होने के बावजूद भी किसी तरीके ना भोले भाले किसान ਨੂੰ समझ ना आ जाए, यदी अगर सारी चिंता की जा रही है। हुण जे आपां कह रहीए, मैं दूसरा विषय कि जे किसी दे कोई सवाल होएगा मैं ये बाद च भी जवाब दे देंगा, मैं पूरी तरह उन्होंने पढ़िया है। दूसरा जिहड़ा MSP ते गल चली, अज तुसीं अज गल कर रहे हो 2017 का जिहड़ा चुनाव जाखड़ साहब ने जारी किया, क्योंकि एज ए प्रेजिडेंट जारी किया, कैप्टन साहब अजे उहदे मुख मंत्री ने, उहदे विच भी ये गल पूरी तरह तय सी कि असी जिहड़ा आ मंडी नूं ओपन मार्केट च लैके जावांगे। लिखिया है कि दस्तावेज आ, तुसी इंटरनेट पर जाओ और इन्हों के मैनीफेस्टो 2017 में देख लो, अगर किसी को पेज नहीं पता होएगा असी दे देंगे, असी उन्होंने डाउनलोड करके तुहाडे तक पहुँचा देंगे। सो 2017 के इन्होंने कला मैनीफेस्टो नहीं सी, 2017 विधान सभा भी पास करता। चीमा साहब वो तो गवाह ने, चीमा साहब तो विधान सभा के बकायदा वो सी कि 2017 के वही एक्ट जिहड़ा आ वो पास हो जाता है। बहुत वधिया, किसी पंजाब के किते किते कोई हलचल नहीं आई कि MSP नूं हुण किद्दां तुसीं वो कहता कि ओपन मंडी दे विच किद्दां चले जाएगा। उस वेले अडानी अडवानी क्यों नहीं याद आए, अज आने चाहिए। मैं कहना कि चिंता जिहड़ी सारिਆਂ दी किसानां दी मेरी भी चिंता है। सब तो पहला तो असीं ये दस देना चाहुंदे कि किसान साडी रीढ़ दी हड्डी है, कल्ले पंजाब दी नहीं, हर एक व्यक्ति दी, किसान दी कल्ले दी मंडी दे नाल नहीं, हर व्यक्ति मजदूर दी, क्योंकि मैं मजदूरां दी फैमिली चों निकलिया है। किसान दी फसल खेत च आएगी तो पल्लेदार नूं काम मिलेगा, किसान दी फसल आएगी तो रेहड़ी वाले नूं, ढो ढुआई वाले नूं काम मिलेगा, सफाई वाले नूं मिलेगा। किसान दी फसल तो जदों खत्म हो जाती, खराब हो जाती है, उसनूं तो सरकारां मुआवजा दे देनियां, पर जिन्हां फैमिलियां दे विचों मैं आया अज तक किसी ने भी उन्हां परिवारां दे उत्ते कदी ये कहा कि पल्लेदारां दा भी काम खत्म हो गया उन्होंने भी मुआवजा दे दीए। कभी किसी ने कहा कि रेहड़ी वाले का अज काम नहीं चलिया, अज उन्होंने भी दे दीए, कभी नहीं, क्योंकि असी साडा दर्द भी उही है। किसान बढ़ेगा फुलेगा तो मेरे समाज के लोग भी अगे बढ़णगे, मेरा दर्द भी उन्ना ही है। सो ऐसा तो है नहीं कि मेरा दर्द उन्ना ही होवे ते मैं अखां मीट के सुना, ऐसा भी नहीं, ये भी नाल, क्योंकि मैं अपना दिमाग भी इस्तेमाल करता। सो एक मिनट मैं पानी ले, अगर क्षमा चाहना देखो मैनू इदा आ, एक पासे तुसीं मैनू खटारे च खड़ा करते, एक पासे मैनू कहंदे नहीं, भी एक पासे तुसीं मैनू कहंदे जवाब दिओ। आही समस्या आ कि जिहड़ी चीज़ असीं समझाउणी चाहुंदे आ वो समझण दी तक पहुँच नहीं पा रही, यही असीं दसना चाहुंदे आ। हाँ जी, देखो गल इदा है कि हुण तुसीं सुनिया, मैं सब कुछ सुनिया, हुण इन्ना है कि भी थोड़ा जिहा बर्दाश्त तुहानूं भी करना। हुण कल्ला जदों इन्ना ही इत्थे बस नहीं, 2019 का चुनाव आया, MP का इलैक्शन जाखड़ साहब ने भी लड़िया और उसे मैनीफेस्टो च लड़िया जिहदे विच ये लिखिया सी कि असीं ओपन मार्केट विच जावांगे। ये जिहड़ी जिस दा विरोध करते आ वो इन्हां दे मैनीफेस्टो च लिखिया सी। अज जे इन्हां दे भी MP जे आए आ, भावें थोड़े आए या ज़्यादा आए, जिन्ने भी आए उहदे ते भी लिखिया सी। वैसे मैं चीमा साहब ये भी कहांगा कि मैनीफेस्टो तुसीं अपना भी आम आदमी का भी पढ़ लो, मैं वो भी पढ़ लिया, ਉਹਦੇ ਵਿੱਚ भी यही लिखा है कि ਅਸੀਂ ओपन मार्केट ਦੇ ਵਿੱਚ ਲੈ ਕੇ ਜਾਵਾਂਗੇ। सो ऐसी कोई पार्टी ਇੱਥੇ नहीं कि ਜਿਹੜੀ कह रही है कि भी ਅਸੀਂ ओपन मार्केट 'ਚ नहीं जावांगे। ਸਾਰਿਆਂ ਨੇ ਕਿਹਾ ਅੱਜ ਜੇ ਅਸੀਂ ਉਹੀ ਕੀਤਾ जो ਤੁਸੀਂ ਕਿਹਾ, ਅਸੀਂ ਉਹੀ ਕਿਹਾ कि जो चीमा साहब की पार्टी ने किया, ਅਸੀਂ ਉਹੀ ਕੀਤਾ जो जाखड़ साहब की पार्टी ने किया। दसो की गुनाह किया? ਅਸੀਂ कोई गुनाह नहीं किया। और ये भी है कि जो दिल्ली दे विच मीटिंगां होंदियां सी तो साडे पंजाब दे जिहड़े नुमाइंदे भी सी और बकायदा कह के आए कि तो तुसीं गल कर रहे हो, असीं तो 17 च लागू भी करता। जिथे तक गल ये जे तुसीं कीता 17 च लागू हो गया, किसी नूं इतराज़ नहीं। कॉन्ट्रैक्ट फार्मिंग की गल करदे आ, 2013 दे विच पंजाब च लागू हो गया,
ਕਿਸੇ ਨੂੰ ਕੋਈ ਚਿੰਤਾ ਨਹੀਂ, ਕਿਸੇ ਦੀ ਕੋਈ ਸਮੱਸਿਆ ਨਹੀਂ। ਔਰ ਉਹ ਸਮੱਸਿਆ ਜਿਹੜੀਆਂ ਅੱਜ ਇੱਥੇ ਦੱਸੀਆਂ ਜਾ ਰਹੀਆਂ ਇਹ ਉਹਨਾਂ ਕੰਟਰੈਕਟਰਾਂ ਦੇ ਉੱਤੇ ਚੱਲ ਰਹੀਆਂ ਸੀ ਜਿਹੜੀਆਂ ਔਰ ਜਿਨ੍ਹਾਂ ਦੇ ਉੱਤੇ ਚਿੰਤਾ ਕੀਤੀ ਹੋਈ। ਅੱਜ ਮੋਦੀ ਜੀ ਨੇ ਇਹ ਚਿੰਤਾ ਕੀਤੀ ਕਿ ਭਾਈ ਸਾਹਿਬ ਕਿਸਾਨ ਜਿਹੜਾ ਆ ਉਹ ਕਿਸੇ ਵੀ ਤਰੀਕੇ ਨਾਲ ਤਬਾਹ ਨਹੀਂ ਹੋਣਾ ਚਾਹੀਦਾ, ਇਸ ਕਰਕੇ ਉਹਦਾ ਖਿਆਲ ਰੱਖਣਾ ਸਾਡਾ ਕਰਤੱਵ ਹੈ। ਔਰ ਜਦੋਂ ਤੁਸੀਂ MSP ਆਏਗੀ, ਅੱਜ MSP ਜਿਹੜੀ ਕਿਤੇ ਵੀ ਪ੍ਰਧਾਨ ਮੰਤਰੀ ਜੀ ਨੇ ਕਿਹਾ ਤਾਂ ਕਿਸੇ ਪਾਸੇ ਵੀ ਕਿਤੇ ਨਹੀਂ ਹੋਏਗੀ। ਮੰਡੀ ਦਾ ਐਕਟ ਅਲੱਗ ਚੀਜ਼ ਹੈ, MSP ਅੱਜ ਤੱਕ ਕਦੀ ਵੀ ਕਿਸੇ ਦੇ ਵੀ ਐਕਟ ਦਾ ਹਿੱਸਾ ਨਹੀਂ ਰਿਹਾ। ਨਹੀਂ ਤਾਂ ਮੈਂ ਤਾਂ ਹਲੇ ਬਹੁਤ ਛੋਟਾ ਮੈਂ ਤਾਂ 10-20 ਸਾਲ ਹੋਏ ਆ ਮੇਰੀ ਰਾਜਨੀਤੀ 'ਚ, ਮੈਂ ਤਾਂ ਲੇਬਰ ਦਾ ਆਦਮੀ ਇੱਥੇ ਤੱਕ ਪਹੁੰਚਿਆ। ਪਰ ਮੇਰੇ ਤੋਂ ਸਾਰੇ ਸਿਆਣੇ ਇੱਥੇ ਬੈਠੇ ਨੇ, ਉਹਨਾਂ ਸਾਰਿਆਂ ਨੇ ਇਹਨਾਂ ਦੇ ਉੱਤੇ ਧਿਆਨ ਕੀਤਾ। ਔਰ ਅੱਜ ਜਦੋਂ ਇਹ ਵੀ ਗੱਲ ਇੱਥੇ ਚੱਲ ਰਹੀ ਸੀ ਕਿ ਇੰਨਾ ਚਿਰ ਹੋ ਗਿਆ ਕਿਸਾਨ ਨੇ ਪੰਜਾਬ ਦੀ ਨੁਹਾਰ ਵਧੀ, ਇਹ 'ਚ ਕੋਈ ਸ਼ੱਕ ਨਹੀਂ। ਪੰਜਾਬ ਨੂੰ ਨਹੀਂ, ਪੂਰੇ ਹਿੰਦੁਸਤਾਨ ਦਾ ਅੰਨਦਾਤਾ ਆ, ਕਿਸਾਨ ਨੂੰ ਅੰਨਦਾਤਾ ਹੈ। ਕਿਸਾਨ ਸਾਡਾ ਸਨਮਾਨੀ ਹੈ, ਕਿਸਾਨ ਦੇ ਹਿੱਤ 'ਚ ਕੰਮ ਕਰਨਾ ਸਾਡਾ ਕੰਮ ਹੈ। ਇਹਦੇ ਲਈ ਕੋਈ, ਪਰ ਇਹਦੇ 'ਚ ਜੇ MSP ਸਿਰਫ 2 ਫਸਲਾਂ 'ਤੇ ਆਈ, ਬਾਕੀ 'ਤੇ ਕਿਉਂ ਨਹੀਂ ਆਈ? ਦੋਸ਼ੀ ਕੌਣ ਹੈ? ਦੋਸ਼ੀ ਕੌਣ ਹੈ? ਕਾਰਨ ਕੀ ਹੈ? ਕਾਰਨ ਇਹ ਹੈ ਕਿ ਸਰਕਾਰਾਂ ਨੇ ਪਾਲਿਸੀਆਂ ਤਾਂ ਬਣਾਈਆਂ, ਪਾਲਿਸੀਆਂ, ਕਿਉਂਕਿ ਉਸ ਵੇਲੇ ਤਾਂ ਸਾਡੀ ਸਰਕਾਰ ਨਹੀਂ ਸੀ, ਜਾਖੜ ਸਾਹਿਬ ਦੀ ਸਰਕਾਰ ਸੀ, ਉਹਨਾਂ ਨੇ ਪਾਲਿਸੀ ਵਧੀਆ ਬਣਾਈ। ਮੈਂ ਇਹ ਨਹੀਂ ਕਹਿੰਦਾ ਕਿ ਵਧੀਆ ਨਹੀਂ ਬਣਾਈ। ਇੱਕ PSS ਹੁੰਦਾ, ਜਿਹੜੀ ਪ੍ਰਾਈਸ ਸਪੋਰਟਿੰਗ ਜਿਹੜੀ ਹੈ ਸਿਸਟਮ ਵੀ ਹੁੰਦਾ ਹੈ। ਪ੍ਰਾਈਸ ਸਪੋਰਟਿੰਗ ਸਿਸਟਮ ਹੈ ਕਿ ਅੱਜ ਤੁਸੀਂ 2 ਫਸਲਾਂ ਤਾਂ ਖਰੀਦ ਲਈਆਂ, ਬਾਕੀ ਦਾਲਾਂ ਦੀ ਵੀ ਗੱਲ ਕਰਦੇ ਹਾਂ, ਮੱਕੀ ਦੀ ਗੱਲ ਕਰਦੇ ਹਾਂ, ਉਹਨਾਂ ਦੇ ਲਈ ਕੀ ਕੀਤਾ ਹੈ? ਉਹਨਾਂ ਲਈ ਪੰਜਾਬ ਦੇ ਵਿੱਚ ਨਾ ਤਾਂ ਕੋਈ ਪ੍ਰੋਪਰ ਫੂਡ ਪ੍ਰੋਸੈਸਿੰਗ ਦੀ ਮੰਨ ਲਓ ਉਸ ਨੂੰ ਸ਼ੁਰੂ ਕੀਤਾ ਗਿਆ, ਚਾਹੇ ਉਹ ਕਿਸੇ ਸਰਕਾਰ, ਮੈਂ ਕਿਸੇ ਉਹਦੇ 'ਤੇ ਨਹੀਂ ਦੋਸ਼ੀ ਕਹਿ ਰਿਹਾ, ਪਰ ਅੱਜ ਇਸ਼ੂ ਆ ਰਿਹਾ ਤਾਂ ਕਰ ਰਿਹਾ। ਪਰ ਮੋਦੀ ਜੀ ਨੇ ਇਹਦੇ ਉੱਤੇ ਚਿੰਤਾ ਵੀ ਕੀਤੀ ਹੈ, ਇਸ ਕਰਕੇ ਅੱਜ ਉਹਨਾਂ ਦੇ ਵਿਕਾਸ ਦੀ ਗੱਲ ਕਰ ਰਹੇ ਨੇ। ਅੱਜ ਜਿਹੜੇ ਪੰਜਾਬ 'ਚ ਕਿੰਨੀਆਂ ਏਜੰਸੀਆਂ ਖਰੀਦ ਕਰਦੀਆਂ ਜਦੋਂ ਮੰਡੀ ਦੇ ਵਿੱਚ ਹੁੰਦਾ, ਕਦੀ ਕਿਸੇ ਨੂੰ ਪਤਾ? ਸਾਰਿਆਂ ਨੂੰ ਪਤਾ ਹੈ। ਕਿਸਾਨ ਨੂੰ ਮਾਰਕਫੇਡ ਕਰਦੀ ਆ, ਹਾਊਸਫੇਅਰ ਕਰਦੀ ਆ, ਪਨਵੇਅਰ ਕਰਦੀ ਆ, ਕਈ ਏਜੰਸੀ 4-5 ਏਜੰਸੀਆਂ ਪੰਜਾਬ 'ਚ ਜਿਹੜੀ ਖਰੀਦ ਕਰਦੀਆਂ, ਉਹ ਵੀ ਉਹੀ ਖਰੀਦ ਕਰਦੀਆਂ ਜਿਹੜੀਆਂ FCI ਖਰੀਦ ਕਰਦੀ ਹੈ, ਔਰ ਉਹੀ ਚੀਜ਼ ਖਰੀਦ ਕਰਦੀ ਹੈ ਜਿਹੜੀ ਬਾਅਦ ਦੇ ਵਿੱਚ FCI ਨੂੰ ਦੇਣਦੇ ਆ। ਜਦ ਕਿ ਇਹ ਜਿੰਨੀਆਂ ਬਾਕੀ ਫਸਲਾਂ ਦਾ ਮਕਸਦ ਇਹੀ ਹੁੰਦਾ ਕਿ ਪੰਜਾਬ ਆਪਣੀ ਹਰੇਕ ਸੂਬਾ, ਇਕੱਲੇ ਪੰਜਾਬ ਦੀ ਨਹੀਂ, ਹਰੇਕ ਸੂਬਾ ਆਪਣੇ ਉੱਥੇ ਦੀਆਂ ਲੋਕਲ ਫਸਲਾਂ ਨੂੰ ਧਿਆਨ 'ਚ ਰੱਖਦੇ ਹੋਏ ਇਹਨਾਂ ਜਿਹੜੀਆਂ ਏਜੰਸੀਆਂ ਦੀ ਖਰੀਦ ਕਰਕੇ ਤਾਂ ਕਿ ਕਿਸਾਨ ਨੂੰ ਸਹੀ ਮੁੱਲ ਮਿਲ ਜਾਏ, ਇਹਦੇ 'ਤੇ ਕੰਮ ਕਰਨਾ ਚਾਹੀਦਾ। ਤੇ ਅੱਜ ਤੱਕ ਕੰਮ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਇਹਦੇ 'ਤੇ ਚਿੰਤਾ ਕਿਉਂ ਨਹੀਂ ਕਰਨੀ ਹੈ? ਅੱਜ ਤੱਕ ਦਾਲਾਂ ਦੀ ਖਰੀਦ ਇੱਥੇ ਕਿਉਂ ਨਹੀਂ ਹੋਈ? ਅੱਜ ਜਿਹੜੀ ਫੂਡ ਪ੍ਰੋਸੈਸਿੰਗ, ਅੱਜ ਜਿਹੜੀ ਮਾਰਕਫੇਡ ਇੱਕ ਪਾਕਟ ਜੀ ਬਣਾਉਂਦੀ ਆ, ਅਸੀਂ ਉਹ ਕਹਿੰਦੇ ਹਾਂ ਕਿ ਸਾਗ ਬਣਾਉਂਦੀ ਆ, ਹੋਰ ਬਣਾਉਂਦੀ ਆ, ਬਾਕੀ ਉਹਨੂੰ ਕਿਉਂ ਨਹੀਂ ਵਧਾਇਆ ਗਿਆ? ਕੀ ਕਾਰਨ ਰਹੇ ਨੇ? ਉਹਦੇ 'ਤੇ ਜਿਹੜੀ ਧਿਆਨ ਅੱਜ ਕਿਸਾਨ ਨੂੰ, ਜੇ ਤੁਸੀਂ ਕਿਸਾਨ ਦੇ ਇੰਨੇ ਦਰਦੀ ਹੋ, ਇੰਨਾ ਤੁਹਾਨੂੰ ਪਿਆਰ ਹੈ ਕਿਸਾਨੀ ਦੇ ਨਾਲ, ਕਿਸਾਨ ਨੂੰ ਜਿੰਦਾ ਰੱਖਣਾ ਚਾਹੁੰਦੇ ਹੋ, ਤੇ ਬਾਕੀ ਫਸਲਾਂ ਦੇ ਉੱਤੇ MSP ਦੀ ਜਿਹੜੀ ਆ ਉਹ ਖਰੀਦ ਹੋ ਜਾਏ, ਉਹਦੇ ਲਈ ਸਿਸਟਮ ਕਿਵੇਂ ਬਣਾਉਣਾ ਸੀ? ਉਹ ਸੂਬਾ ਸਰਕਾਰ ਦੀਆਂ ਜਿਹੜੀਆਂ ਇੰਨੀਆਂ ਏਜੰਸੀਆਂ ਸੀ, ਉਹ ਅੱਜ ਨਕਾਰਾ ਕਿਉਂ ਕਰਕੇ ਰੱਖੀਆਂ? ਉਹਨੂੰ ਐਕਟਿਵ ਕਿਉਂ ਨਹੀਂ ਕਰ ਰਹੇ? ਔਰ ਇਹ ਸਾਰੀਆਂ ਜਦੋਂ ਐਕਟਿਵ ਨਹੀਂ ਹੋ ਰਹੀਆਂ, ਇਸ ਕਰਕੇ ਮੋਦੀ ਜੀ ਨੇ ਸਾਰੀਆਂ ਚੀਜ਼ਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਜਿਨ੍ਹਾਂ ਦੇ ਉੱਤੇ ਅੱਜ ਇਤਰਾਜ਼ ਆ। ਔਰ ਅੱਜ ਮੰਡੀ ਦੇ ਉੱਤੇ ਜਿਹੜਾ ਕਹਿ ਰਹੇ ਆ ਕਿ ਆ ਐਕਟ ਮਾੜਾ ਆ, ਉਹੀ ਐਕਟ ਪੰਜਾਬ 'ਚ 2017 ਤੋਂ ਲਾਗੂ ਆ। ਜਿਹੜਾ ਕੰਟਰੈਕਟ ਫਾਰਮ ਦੀ ਗੱਲ ਕਰ ਰਹੇ ਆ, ਉਹੀ ਐਕਟ 2013 ਤੋਂ ਲਾਗੂ ਆ। ਜਿਹੜੇ ਉਹਨਾਂ 'ਚ ਕਮੀਆਂ ਸੀ ਉਸ ਕੰਟਰੈਕਟ ਫਾਰਮਿੰਗ 'ਚ, ਇਹਨਾਂ ਐਕਟਾਂ ਦੇ ਵਿੱਚ ਦੀ ਉਹ ਕਮੀਆਂ ਨੂੰ ਦੂਰ ਕੀਤਾ ਗਿਆ। ਔਰ ਜਿਹੜੀਆਂ ਮੰਡੀ ਦੀਆਂ ਸਮੱਸਿਆਵਾਂ ਸੀ, ਕਿਸਾਨ ਨੂੰ ਆਉਣ ਵਾਲੀਆਂ ਸਮੱਸਿਆ ਸੀ, ਉਹਨਾਂ ਨੂੰ ਦੂਰ ਕੀਤਾ ਗਿਆ। ਇਹ ਇਹਨਾਂ ਐਕਟਾਂ ਦਾ ਤਿੰਨਾਂ ਦਾ ਮਕਸਦ ਹੈ। ਹੁਣ ਮੈਨੂੰ ਇੱਕ ਇਸ਼ੂ ਇਹ ਵੀ ਆਇਆ ਕਿ ਵੀ ਭਾਈ ਜੇ ਕਿਸਾਨ ਚਾਹੁੰਦਾ ਹੀ ਨਹੀਂ ਤੇ ਤੁਸੀਂ ਕਿਉਂ ਕਰ ਰਹੇ ਹੋ? ਇਹ ਵੀ ਇੱਕ ਸਾਰਿਆਂ ਦੇ, ਤੁਹਾਡੇ ਵਿੱਚੋਂ ਵੀ ਬਹੁਤ ਸਾਰਿਆਂ ਦਾ ਸਵਾਲ ਆਉਂਦਾ, ਜਦ ਮੈਂ ਚਾਹੁੰਦਾ ਹੀ ਨਹੀਂ ਤੇ ਤੁਸੀਂ ਮੇਰੇ ਲਈ ਕਿਉਂ ਐਕਟ ਬਣਾ ਰਹੇ ਹੋ? ਸਾਥੀਓ, ਮੈਂ ਇੱਕ ਤੁਹਾਨੂੰ ਹੋਰ ਦੱਸ ਦਿਆਂ, ਭਾਖੜਾ ਡੈਮ ਬਣਿਆ ਸੀ, ਉਸ ਵੇਲੇ ਕਾਬਜ਼ ਸੂਬੇ 'ਚ ਵੀ ਤੇ ਕੇਂਦਰ 'ਚ ਵੀ ਕਾਂਗਰਸ ਪਾਰਟੀ ਸੀ, ਜਾਖੜ ਸਾਹਿਬ ਦੀ ਪਾਰਟੀ ਸੀ। ਇੱਕ ਇਸ਼ੂ ਉੱਠਿਆ ਸੀ ਕਿ ਦੇਖੋ ਜੀ ਡੈਮ ਬਣਾਤਾ, ਡੈਮ ਬਣਾ ਕੇ ਹੁਣ ਇਹ ਜਿਹੜੀ ਕਿਸਾਨੀ ਨੂੰ ਪਾਣੀ ਦੇਣਾ ਆ, ਇਹ ਤਾਂ ਫੋਕਾ ਪਾਣੀ ਦੇਣਾ ਆ, ਇਹ 'ਚੋਂ ਬਿਜਲੀ ਤਾਂ ਕੱਢ ਲਈ ਆ। ਇਹ ਬਹੁਤ ਸਾਰੇ ਇੱਥੇ ਜਿਹੜੇ ਸਿਰ ਮੰਨ ਲਓ ਮੇਰੀ ਗੱਲ ਨਾਲ ਸਹਿਮਤ ਹੋ ਰਹੇ, ਇਹ ਤੋਂ ਜਾਣਦੇ ਹੋਣਗੇ। ਔਰ ਇਹ 1 ਸਾਲ ਨਹੀਂ, 10 ਸਾਲ ਇਹਦਾ ਪ੍ਰਚਾਰ ਚੱਲਿਆ। ਉਸ ਵੇਲੇ ਸਾਡੇ ਵਜੂਦ ਭਾਰਤੀ ਜਨਤਾ ਪਾਰਟੀ ਤੋਂ ਸਰਕਾਰ ਦੇ ਵਿੱਚ ਨਹੀਂ ਸੀ, ਸਾਹਮਣਾ ਤੁਸੀਂ ਕੀਤਾ ਸੀ।
पर तुसी किसान ये नहीं सी चाहुंदा कि इत्थे डैम बने, किसान नहीं सी चाहुंदा बिजली। अज भावें कह रहे किसी नूं असीं कहीए कि फोका पानी देता उस तुहाडा मजाक समझेगा, पर इस मजाक दे उत्ते राजनीति 10 साल हुई है। भाव भोले भाले लोगों नूं भी गुमराह किया जा सकता और इत्थे होया, और इसका सामना जाखड़ साहब की पार्टी ने किया है। और ये भी मैं कहांगा कंप्यूटर का युग है, इत्थे जिन्ने बैठे है कोई ऐसा व्यक्ति नहीं होना जिहदे हत्थ च कंप्यूटर या IT सैक्टर नूं वो टच नहीं करता होगा। हर एक किते ना किते मोबाइल के थ्रू या किसी ना किसी अज जिहड़े असी चैनल की शुरुआत भी कर रहे हैं। जम्मू साहब हुण मैनूं खटारे च खड़ के कहिंदा सफाई देण दे रहण दे। अज असी इत्थे खड़े हैं लैफ्ट राइट दे विच खड़े हैं, भावें मेरे लैफ्ट पासे आण के अपना कर्तव्य निभा रहे हैं, पर यह भी अज कंप्यूटर युग की एक बहुत वड्डी देन है। और मैं जे कहाँ कि ये राजीव गांधी जी का बहुत वड्डा तो मैं अणकथनी नहीं होएगी, क्योंकि उस वेले सरकार सी, पर उस वेले भी विरोध बहुत होया सी कि भाई साहब कंप्यूटर आ जाएगा तो बहुत वड्डी बेरोजगारी हिंदुस्तान च आ जाएगी। और अज मैनू दसदियां तुहानू भी हैरानी होएगी, सुनदियां हैरानी होएगी कि अज सब तो वड्डा अगर कोई इंप्लॉयमेंट जनरेशन देने वाला प्रोग्राम है वो कंप्यूटर सैक्टर ही है, वो IT सैक्टर ही है। भाव देश की जनता शायद किते भोले भालियां नूं गुमराह किया जा सकता है, पर सच्चाई नूं जिहड़ा नकारिया नहीं जा सकता। हकीकत दे विच असीं ये कह सकते हैं कि मोदी जी ने जिन्ने भी अज तक का काम किया है वो किसानी नूं मुख रख के किया है। जिन्ने भी बजट देख लोगे किसानी नूं मुख रख के बने आ, चाहे वो जिहड़ा मर्जी जिहड़ा देख लोगे, और किसानी नूं दे प्रति वचनबद्ध है। नहीं तो हर साल तुसीं हर सीजन दे उत्ते खाद है नहीं दे धरने लगते देखे सी, और जदों दे मोदी साहब आए ना बीज की प्रॉब्लम आई, ना खाद की प्रॉब्लम आई, और ना ही किसी पासे किसानी नूं प्रॉब्लम आई। जे किते बीज की प्रॉब्लम आई तो उहदे च दोष मोदी जी का नहीं हो सकता, किसी होर दा है। सो मैं क्योंकि बार बार दिल तो करता कि इनू पूरी तरह मैं कर सका, पर मैं जरूर कहांगा कि फिर भी किते मौका मिलिया तो कल्लो हले तो मैं क्योंकि इशू SC का भी छेड़िया सी, पर वो भी मैं हुण नहीं करांगा, क्योंकि ये लिए अगला किते मंच मिलिया तो जरूर थोड़े नाल गल करांगा। मैं अपने दिल के वरवरे और थोड़ियां कुछ गलत फहमियां नूं मैं दूर करने की कोशिश जरूर की है, और बहुत सारे पॉइंट मैनू समय की घाट करके छड्डने पै रहे, ये लिए मैं क्षमा चाहांगा। फिर भी किसी के मन के विच होवे तो जम्मू जी तो मेरा फोन लैके मेरे नाल सीधी भी गल कर सकदा, और किसी नूं रिटन च भी कोई चीज़ चाहिए होवे वो भी मैं दे सकदा। तुहाडा बहुत बहुत धन्यवाद। और फिर प्रवीण जी और जम्मू जी और उन्होंने पूरी टीम गर्व पंजाब और तुहाडी लैफ्ट एंड राइट TV दी अज इस इनोग्रेशन के उत्ते मैं लॉन्चिंग के उत्ते तुहानूं बहुत बहुत बधाई देना। जय हिंद, वाहिगुरू जी का खालसा, श्री वाहिगुरू जी की फतेह। जय भीम, जय भारत, जय श्री राम।